ਮੇਰੇ ਬ੍ਰਦਰ ਦੇ ਦੋਸਤ ਦਾ ਫੋਨ ਆਇਆ ਵੀ ਉਹ ਫਲੈਟ ਦੇ ਵਿੱਚ ਵੀ ਮਿਲ ਨਹੀਂ ਰਹੇ। ਅਸੀਂ ਜਦੋਂ ਇੱਥੇ ਆ ਕੇ ਦੇਖਿਆ, ਉਹ ਬੰਦੇ ਨਾਲ ਵੀ ਗੱਲ ਕੀਤੀ। ਜਦੋਂ ਸਾਨੂੰ ਉਸ ਤੇ ਡਾਊਟ ਹੋ ਗਿਆ, ਅਸੀਂ ਪਹਿਲੇ ਦਿਨ ਹੀ ਜਾ ਕੇ ਉਹਦੇ ਉੱਤੇ ਰਿਟਨ ਕੰਪਲੇਂਟ ਕੀਤੀ। ਇਸ ਬੰਦੇ ਨੇ ਵੀ ਮੰਨਿਆ ਵੀ ਮੇਰੇ ਨਾਲ ਗਏ ਸੀ, ਪਰ ਇਹ ਆਇਆ ਇਕੱਲਾ ਹੈ ਜੀ। ਪੁਲਿਸ ਕੋਲ ਜਦੋਂ ਤੁਸੀਂ ਚੱਲ ਗਏ, ਪੁਲਿਸ ਨੇ ਕੀ ਤਫਤੀਸ਼ ਸ਼ੁਰੂ ਕਰੀ? ਇਹਨਾਂ ਨੇ ਕੋਈ ਤਫਤੀਸ਼ ਨਹੀਂ ਸਟਾਰਟ ਕੀਤੀ। ਅਸੀਂ ਰਾਤੀ 17 ਤਰੀਕ ਦੀ ਰਾਤੀ 2 ਵਜੇ ਇਹਨਾਂ ਕੋਲ ਐਪਲੀਕੇਸ਼ਨ ਲੈ ਕੇ ਗਈ ਸੀਗੀ। ਅਸੀਂ ਉਹਨਾਂ ਨੂੰ ਕਿਹਾ ਵੀ ਅਸੀਂ ਬਾਈ ਨਾਮ ਲੜਕੇ ਦੀ ਐਪਲੀਕੇਸ਼ਨ ਦੇਈ ਜਾਂਦੇ ਹਾਂ, ਫਿਲਹਾਲ ਲੜਕਾ ਉੱਥੇ ਹੀ ਹੈ, ਫਰਾਰ ਹੋ ਸਕਦਾ ਹੈ। ਇਹ ਕਹਿੰਦੀ ਸਵੇਰੇ 8 ਵਜੇ ਆ ਜਿਓ। ਅਸੀਂ 8 ਵਜੇ ਥਾਣੇ ਗਏ, ਇਹਨਾਂ ਨੇ ਕਾਰਵਾਈ ਕਰਦੇ ਕਰਦੇ 10 ਵਜੇ ਆ ਦਿੱਤੇ। ਜਦੋਂ ਨੂੰ ਲੜਕੇ ਨੂੰ ਫੋਨ ਗਿਆ ਤਾਂ ਲੜਕਾ ਇਹ ਬੇਸਿਕਲੀ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਤੇ ਲੜਕਾ ਅੰਮ੍ਰਿਤਸਰ ਜਾ ਚੁੱਕਿਆ ਸੀਗਾ। ਪੁਲਿਸ ਤਾਂ ਕਹਿੰਦੀ ਹੈ ਇਹ ਸ਼ਖਸ ਹੀ ਬੇਕਸੂਰ ਹੈ, ਹਾਲਾਂਕਿ ਅਸੀਂ ਉਹਦਾ ਪ੍ਰੋਪਰ ਕ੍ਰਿਮੀਨਲ ਰਿਕਾਰਡ ਵੀ ਕੱਢ ਕੇ ਦਿੱਤਾ, ਸਾਰਾ ਕੁਝ ਪੁਲਿਸ ਕੋਲ ਲੈ ਕੇ ਗਏ। ਇਹਨਾਂ ਨੇ 25 ਦਿਨਾਂ ਤੱਕ ਤਾਂ ਹੀ ਉਹਦੇ ਨਾਮ ਤੇ ਹੀ FIR ਨਹੀਂ ਕੀਤੀ। ਦਾਵਾ ਕਰਿਆ ਐਡਾ ਮਜ਼ਬੂਤ ਕਿ ਆਖਰ ਇਹੀ ਸ਼ਖਸ ਹੈ ਜਿਹਨੇ ਗਾਇਬ ਕਰਿਆ। ਉਹ ਕੀ ਚੀਜ਼ਾਂ ਦੇ ਆਧਾਰ ਤੇ ਕਰਿਆ ਤੁਸੀਂ? ਪਹਿਲੀ ਗੱਲ ਤਾਂ ਲਾਸਟ ਟਾਈਮ ਇਹਨਾਂ ਦੇ ਨਾਲ ਦੇਖਿਆ ਗਿਆ ਸੀ, ਤਾਂ ਕਰਕੇ ਅਸੀਂ ਰਿਟਨ ਐਪਲੀਕੇਸ਼ਨ ਦੇ ਅੰਦਰ ਉਹਨਾਂ ਦਾ ਨਾਮ ਦਿੱਤਾ। ਅਸੀਂ ਪਰਸਨਲੀ ਅੰਮ੍ਰਿਤਸਰ ਜਾ ਕੇ ਤਾਂ ਪੁਰਾਣਾ ਕ੍ਰਿਮੀਨਲ ਰਿਕਾਰਡ ਕੱਢ ਕੇ ਲੈ ਕੇ ਆਏ, ਤਾਂ ਸਾਨੂੰ ਪਤਾ ਲੱਗ ਗਿਆ ਵੀ ਬੰਦਾ ਇਹੀ ਹੈ। ਇਸ ਲੜਕੇ ਤੋਂ ਅਸੀਂ ਵੀ ਪੁੱਛਗਿੱਛ ਕੀਤੀ ਤੇ ਉਸ ਤੋਂ ਬਾਅਦ ਪੁਲਿਸ ਸਟੇਸ਼ਨ 'ਚ SHO ਸਾਹਿਬ ਦੇ ਸਾਹਮਣੇ ਜੋ ਵੀ ਕੁਐਸਚਨ ਆਨਸਰ ਕੀਤੇ, ਉਹਨਾਂ ਦੋਨਾਂ ਦੇ ਅੰਦਰ ਡਿਫਰੈਂਸ ਬਹੁਤ ਸੀਗਾ। ਕਹਿੰਦੇ ਜੀ ਇਹ ਤਾਂ ਮੈਨੂੰ ਧੱਕੇ ਨਾਲ ਲੈ ਕੇ ਜਾਈ ਜਾਂਦੇ ਸੀਗੇ, ਵੀ ਮੇਰਾ ਤਾਂ ਜਾਣ ਦੀ ਇੱਛਾ ਨਹੀਂ ਸੀ, ਮੈਂ ਤਾਂ ਐਡੀ ਲੇਟ ਨਿਕਲ ਕੇ ਰਾਜੀ ਨਹੀਂ। ਅਸੀਂ ਤਾਇਆ ਜੀ ਦੀ ਮਤਲਬ ਮੋਬਾਈਲ ਦੀ WhatsApp ਦੀ ਸਾਰੀ ਚੈਟ ਹਿਸਟਰੀ ਉਹਨਾਂ ਸਾਹਮਣੇ ਦੋਨਾਂ ਦੀ ਰੱਖਤੀ। ਕਾਮਨ ਸੈਂਸ ਵਾਲਾ ਬੰਦਾ ਹੀ ਸਮਝੀ ਜਾਂਦਾ ਜੀ ਤਾਇਆ ਜੀ ਨੂੰ ਲੈ ਕੇ ਗਏ ਨੇ ਜਾਂ ਇਹ ਤਾਇਆ ਜੀ ਨੂੰ ਲੈ ਕੇ ਗਏ। ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ। ਅਸੀਂ ਰੋਜ਼ ਜਾਂਦੇ ਹਾਂ ਜੀ, SHO, DSP, SP, SSP, ਜਿੱਥੇ ਤੱਕ ਬੰਦੇ ਦੀ ਪਹੁੰਚ ਹੋ ਸਕਦੀ ਹੈ, ਜਿੱਥੇ ਤੱਕ ਸਾਡੀ ਟਰਾਈ ਵੱਜ ਸਕਦੀ ਹੈ, ਅਸੀਂ ਹਰ ਥਾਂ ਤੇ ਜਾਂਦੇ ਹਾਂ। ਕਹਿ ਕੇ ਭੇਜ ਦਿੰਦਾ ਹੈ ਵੀ ਤੁਸੀਂ 2 ਦਿਨ ਰੁਕ ਜਾਓ, ਕਾਰਵਾਈ ਹੋ ਜੂ, 4 ਦਿਨ ਰੁਕ ਜਾਓ, ਕਾਰਵਾਈ ਹੋ ਜੂ, ਬਟ 70 ਦਿਨ ਹੋ ਚੁੱਕੇ ਨੇ, ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ। ਆਖਿਰਕਾਰ ਉਹ ਜਿਉਂਦੇ ਨੇ, ਮਰੇ ਹੋਏ ਨੇ, ਕਿਤੇ ਕਿਡਨੈਪ ਕਰਕੇ ਰੱਖੇ ਹੋਏ ਨੇ, ਇਹ ਚੀਜ਼ ਦਾ ਕੋਈ ਕਲੀਅਰ ਹੀ ਨਹੀਂ ਹੋਇਆ ਅਜੇ ਤੱਕ। ਜੇ ਉਹਨੂੰ ਪੁੱਛਣਗੇ ਫਿਰ ਹੀ ਦੱਸੂਗਾ ਨਾ ਜੀ। ਕਹਿੰਦੇ ਜੀ ਅਸੀਂ 2 ਦਿਨ ਕੁੱਟਮਾਰ ਕੀਤੀ ਸੀ ਜੀ, ਉਹਦਾ ਬਾਥਰੂਮ ਬੰਦ ਹੋ ਗਿਆ, ਜੇਲ੍ਹ 'ਚ ਭੇਜਤਾ ਜੀ। ਉਸ ਤੋਂ ਬਾਅਦ ਕਿਸੇ ਨੇ ਉਹਨੂੰ ਪੁੱਛਿਆ ਨਹੀਂ, ਕਰਿਆ ਨਹੀਂ। ਮੇਰੇ ਭਾਈ ਦਾ ਮੈਨੂੰ ਕਿਵੇਂ ਪਤਾ ਲੱਗੂਗਾ ਵੀ ਉਹ ਜਿਉਂਦਾ ਹੈ ਕਿ ਮਰਿਆ ਹੋਇਆ? ਮੈਨੂੰ ਮੇਰਾ ਭਾਈ ਦੇ ਦਿਓ, ਅਸੀਂ ਆਪਦੇ ਘਰ ਚਲੇ ਜਾਈਏ। ਮੇਰੀ ਮਦਰ ਇੰਨੀ ਬਿਮਾਰ ਹੋਈ ਪਈ ਹੈ, ਉਹ ਕਹਿੰਦੀ ਹੈ ਵੀ ਮੇਰੇ ਮਰਨ ਤੋਂ ਬਾਅਦ ਪੁਲਿਸ ਲੱਭੂਗੀ। ਜੇ ਤੁਹਾਡੇ ਦਿਮਾਗ ਦੇ ਵਿੱਚ ਗੱਲ ਇਹ ਹੋਵੇ ਵੀ ਅਸੀਂ ਬਿਨਾਂ ਪੈਰਵੀ ਤੋਂ ਚਲੇ ਜਾਵਾਂਗੇ, ਜਦੋਂ ਤੱਕ ਮੇਰਾ ਭਾਈ ਜਿਉਂਦਾ ਜਾਂ ਮਰਿਆ ਨਹੀਂ ਮਿਲਦਾ, ਅਸੀਂ ਇੱਥੇ ਜਾਣ ਵਾਲੇ ਹੈ ਨਹੀਂ। ਅਸੀਂ ਇੱਥੇ ਹੀ ਰਹਾਂਗੇ, ਲੜਾਂਗੇ। ਸਤਿ ਸ਼੍ਰੀ ਅਕਾਲ। ਅੱਜ ਜੀਰਕਪੁਰ ਦਾ ਇੱਕ ਅਜਿਹੇ ਮਾਮਲੇ ਦੀ ਗੱਲ ਕਰਾਂਗੇ। ਮਾਮਲਾ ਸੁਣ ਕੇ ਬੇहद ਹੈਰਾਨੀ ਵੀ ਹੁੰਦੀ ਹੈ ਤੇ ਅਚੰਭਾ ਵੀ ਹੁੰਦਾ ਹੈ, ਕਿਉਂਕਿ ਸ਼ੁਰੂਆਤ ਕਿੱਥੋਂ ਹੁੰਦੀ ਹੈ ਤੇ ਅੱਜ ਪਹੁੰਚ ਕਿੱਥੇ ਤੱਕ ਚੱਕੀ ਹੈ। ਇਹ ਮਾਮਲਾ ਇੱਕ ਪਾਸੇ ਤਾਂ ਪ੍ਰਾਪਰਟੀ ਨੂੰ ਹਥਿਆਉਣ ਦੇ ਵਿੱਚ ਨਜ਼ਰ ਪੈਂਦਾ ਹੈ, ਦੂਜੇ ਪਾਸੇ ਇਹ ਹੈ ਇੱਕ ਸ਼ਖਸ ਗਾਇਬ ਹੋ ਗਿਆ। ਉਹ ਗਾਇਬ ਹੋਏ ਸ਼ਖਸ ਨੂੰ ਲੱਭਣ ਦੇ ਵਾਸਤੇ ਜ਼ਾਹਿਰ ਜੀ ਗੱਲ ਆ ਪਰਿਵਾਰ ਭੱਜਦੇ ਨੇ ਪੁਲਿਸ ਦੇ ਕੋਲੇ ਗਏ। ਪੁਲਿਸ ਨੇ ਹੌਲੀ ਕਰਕੇ ਜਦੋਂ ਉਹ ਗੇੜੇ ਮਾਰਦੇ ਰਹੇ ਤਾਂ ਉਦੋਂ ਬਾਅਦ 'ਚ ਪਰਚਾ ਵੀ ਦਰਜ ਹੋ ਗਿਆ। ਇਹ 'ਚ ਸਭ ਤੋਂ ਖਾਸ ਗੱਲ ਇਹ ਵੀ ਆ ਵੀ ਉਹ ਬੰਦਾ ਵੀ ਫੜਿਆ ਗਿਆ ਜਿੱਤੇ ਉਹਨਾਂ ਨੇ ਐਲੀਗੇਸ਼ਨ ਲਾਇਆ ਜਾਂ ਕਹੋ ਕਿ ਆਰੋਪ ਲਾਇਆ। ਉਹ ਬੰਦੇ ਤੇ ਪੁਲਿਸ ਨੇ ਵੀ ਇਨਵੈਸਟੀਗੇਟ ਕਰ ਲਿਆ ਕਿ ਇਹੀ ਜਿਹੜਾ ਕਿਡਨੈਪਰ ਹੈ, ਪਰ ਆਖਿਰਕਾਰ ਜਿਹਦੇ ਕਰਕੇ ਇਹ ਪੂਰੀ ਕਹਾਣੀ ਚੱਲੀ, ਉਹ ਸ਼ਖਸ ਦਾ ਹਜੇ ਤੱਕ ਨਹੀਂ ਪਤਾ ਵੀ ਉਹ ਜਿਉਂਦਾ ਜਾਂ ਮਰਦਾ ਹੈ ਜਾਂ ਕਿਤੇ ਉਹਨੂੰ ਕਿਡਨੈਪ ਕਰਕੇ ਰੱਖਿਆ ਗਿਆ। ਇਹ ਸਾਰੀ ਕਹਾਣੀਆਂ ਦੇ ਵਿੱਚ ਦੇਖਿਆ ਜਾਵੇ ਤਾਂ ਤੁਸੀਂ ਦਿਲਚਸਪੀ ਨਾਲ ਸਮਝੋਗੇ ਕਿ ਇਹ ਪੂਰੀ ਕਹਾਣੀ ਦੇ ਵਿੱਚ ਆਖਿਰਕਾਰ ਦੋਸ਼ੀ ਕੌਣ ਹੈ ਤੇ ਨਾਲ ਮਕਸਦ ਤਾਂ ਸਮਝ ਲੱਗਦਾ ਪ੍ਰਾਪਰਟੀ ਨੂੰ ਲੈ ਕੇ ਆ, ਪਰ ਜਿਹੜਾ ਪੁਲਿਸ ਨੇ ਪੂਰੀ ਕਹਾਣੀ ਬਣਾਈ ਜਾਂ ਕਹੀਏ ਕਿ ਜਿਸ ਤਰ੍ਹਾਂ ਦੇ ਨਾਲ ਮਾਮਲਾ ਦਰਜ ਕਰਿਆ, ਕਹਾਣੀ ਉਹਦੇ ਆਧਾਰ ਤੇ ਬਣੀ, ਤਾਂ ਉਹਦੇ ਵਿੱਚ ਆਖਰ ਨਿਚੋੜ ਕੀ ਨਿਕਲਦਾ? ਕਿਉਂਕਿ ਜਿਹੜਾ ਬੰਦਾ ਫੜਿਆ ਗਿਆ ਇਹ ਪਹਿਲੀ ਵਾਰ ਲੱਗਦਾ ਵੀ ਆਖਰਕਾਰ ਸ਼ਾਇਦ ਉਹ ਨਿਰਦੋਸ਼ ਹੈ। ਵਿਨੋਦ ਬਾਗਲੇ ਗਾਇਬ ਹੁੰਦੇ ਨੇ 70 ਦਿਨ ਹੋ ਚੁੱਕੇ ਨੇ। ਉਹਨਾਂ ਦੇ ਗਾਇਬ ਹੋਣ ਤੋਂ ਬਾਅਦ ਉਹਨਾਂ ਦੇ ਜਿਹੜੇ ਪਰਿਵਾਰ ਦੇ ਲੋਕ ਸੀ ਪੁਲਿਸ ਦੇ ਕੋਲੇ ਪਹੁੰਚ ਗਏ ਕਿ ਪਤਾ ਨਹੀਂ ਲੱਗ ਰਿਹਾ ਆਖਰਕਾਰ ਕਿੱਥੇ ਗਏ ਉਹ। ਫਿਰ ਜਦੋਂ ਪੁਲਿਸ ਕਾਰਵਾਈ ਕਰਦੀ ਆ ਉਸ ਪੂਰੀ ਸ਼ਿਕਾਇਤ ਨੂੰ ਲੈ ਕੇ, ਤਾਂ ਉਹਦੇ ਵਿੱਚ ਮਾਮਲਾ ਦਰਜ ਹੌਲੀ ਕਰ ਲਿਆ ਜਾਂਦਾ। ਹੁਣ ਬਾਕੀ ਗੱਲ ਇਹਨਾਂ ਤੋਂ ਸਮਝਾਂਗੇ ਕਿ ਇਹ ਸ਼ੁਰੂਆਤ ਹੋਈ ਕਿਵੇਂ ਸੀਗੀ ਸਾਰੀ, ਕਿਉਂਕਿ 70 ਦਿਨ ਪਹਿਲਾਂ ਦੀ ਜਿਹੜੀ ਕਹਾਣੀ ਸੀ ਉਹ ਹੋਰ ਸੀ ਤੇ ਅੱਜ ਕੁਝ ਹੋਰ ਹੈ। ਉਹਨਾਂ ਦੇ ਭਾਈ ਸਾਹਿਬ ਹੈਗੇ ਨੇ ਸਾਡੇ ਨਾਲ ਤੇ ਇਹ ਇਹਨਾਂ ਦੇ ਬੇਟੇ ਨੇ ਕਿ ਜਿਨ੍ਹਾਂ ਨੇ ਫਿਰ ਹੁਣ ਪੂਰੀ ਪੈਰਵਾਈ ਕਰ ਰਹੇ ਨੇ। ਮਾਨਸਾ ਤੋਂ ਕੰਮਕਾਰ ਛੱਡ ਸਿਰਫ ਇਹ ਲੱਭ ਰਹੇ ਨੇ ਕਿ ਵਿਨੋਦ ਬਾਗਲੇ ਆਖਰ ਹੈ ਕਿੱਥੇ ਨੇ। ਵਿਨੋਦ ਬਾਗਲੇ ਗਾਇਬ ਕਿੱਦਾਂ ਹੋਏ, ਇਹ ਚੀਜ਼ ਦਾ ਅਸਲ ਪਤਾ ਕਿਵੇਂ ਲੱਗਿਆ ਤੁਹਾਨੂੰ, ਤੇ ਆਖਰ ਕਿਹਨੇ ਕੰਟੈਕਟ ਕਰਿਆ ਤੁਹਾਡੇ ਨਾਲ ਕਿ ਤੁਹਾਡੇ ਜਿਹੜੇ ਭਾਈ ਸਾਹਿਬ ਨੇ ਮਿਲ ਨਹੀਂ ਰਹੇ? ਮੈਨੂੰ ਜੀ ਮੇਰੇ ਬ੍ਰਦਰ ਦੇ ਦੋਸਤ ਦਾ ਫੋਨ ਆਇਆ ਵੀ ਉਹ ਫਲੈਟ ਦੇ ਵਿੱਚ ਵੀ ਮਿਲ ਨਹੀਂ ਰਹੇ। ਤੇ ਅਸੀਂ ਜਦੋਂ ਇੱਥੇ ਆ ਕੇ ਦੇਖਿਆ ਰਾਤ ਨੂੰ, ਤੇ ਉਹ ਬੰਦੇ ਨਾਲ ਵੀ ਗੱਲ ਕੀਤੀ। ਜਦੋਂ ਸਾਨੂੰ ਉਸ ਤੇ ਡਾਊਟ ਹੋ ਗਿਆ, ਅਸੀਂ ਪਹਿਲੇ ਦਿਨ ਹੀ ਜਾ ਕੇ ਉਹਦੇ ਉੱਤੇ ਰਿਟਨ ਕੰਪਲੇਂਟ ਕੀਤੀ ਵੀ ਇਹ ਬੰਦੇ ਨੇ ਮੇਰੇ ਭਾਈ ਨੂੰ ਕਿਡਨੈਪ ਕੀਤਾ। ਇਹ ਜਿਹੜੇ ਆਪਾਂ ਬੈਠੇ ਹਾਂ ਫਲੈਟ 'ਚ, ਇਹ ਉਹਨਾਂ ਦਾ ਹੀ ਆ? ਇੱਥੇ ਰਹਿੰਦੇ ਸੀਗੇ ਵਿਨੋਦ? ਹਾਂਜੀ, ਮੇਰੇ ਬ੍ਰਦਰ ਇੱਥੇ ਰਹਿੰਦੇ ਸੀ। 4ਥੀ ਮੰਜ਼ਿਲ ਤੇ ਦੂਸਰਾ ਫਲੈਟ ਸੀ ਜੀ, ਉਸ ਨੂੰ ਕਿਰਾਏ ਤੇ ਦੇ ਰੱਖਿਆ ਸੀਗਾ। ਇਹ ਫਿਰ ਜਦੋਂ ਤੁਹਾਨੂੰ ਕਿਉਂ ਲੱਗਿਆ ਕਿ ਆਖਰਕਾਰ ਉਹ ਗਾਇਬ ਹੋ ਗਏ ਜਾਂ ਕਿਤੇ ਗਏ ਨਹੀਂ ਹੋ ਸਕਦੇ, ਜਾਂ ਤੁਹਾਨੂੰ ਕਿਉਂ ਲੱਗਿਆ ਕਿ ਆਖਰ ਉਹਨਾਂ ਨਾਲ ਕਿਸ ਤਰ੍ਹਾਂ ਦੀ ਕੋਈ ਮਿਸਹੈਪਨਿੰਗ? ਕਿਉਂਕਿ ਉਹ ਨਾ ਇੱਕ ਇੰਡੀਪੈਂਡੈਂਟ ਸੀਗੇ ਜੀ, ਕੋਈ ਉਹਨਾਂ ਤੇ ਕੋਈ ਦਬਾਅ ਨਹੀਂ ਸੀ। ਠੀਕ ਹੈ ਜੀ, ਇਕੱਲੇ ਰਹਿ ਰਹੇ ਸੀ, ਬ੍ਰਹਮ ਕੁਮਾਰ ਸੀਗੇ, ਪਿਆਜ਼ ਤੱਕ ਨਹੀਂ ਖਾਂਦੇ ਸੀਗੇ ਉਹ।
ਤੇ ਇਹ ਬੰਦੇ ਨੇ ਖੁਦ ਹੀ ਮੰਨਿਆ ਵੀ ਉਹ ਮੇਰੇ ਸੀ ਵਿਆਹ ਨਹੀਂ ਸੀ ਹੋਇਆ। ਉਹਨਾਂ ਨੇ ਮੈਰਿਜ ਹੀ ਨਹੀਂ ਕਰਾਈ ਸੀਗੀ ਤੇ ਇਸ ਬੰਦੇ ਨੇ ਵੀ ਮੰਨਿਆ ਵੀ ਮੇਰੇ ਨਾਲ ਗਏ ਸੀ, ਪਰ ਇਹ ਆਇਆ ਇਕੱਲਾ ਆਇਆ ਜੀ ਕਾਰ ਦੇ ਵਿੱਚ। ਇਹਦੀ ਜਿਹੜੇ ਦੂਜੇ ਮੁੰਡੇ ਦੀ ਤੁਸੀਂ ਗੱਲ ਕਰਦੇ ਹੋ, ਇਹਦੀ ਐਂਟਰੀ ਕਦੋਂ ਹੁੰਦੀ ਹੈਗੀ ਉਰੇ? ਜੇ ਦੇਖਿਆ ਜਾਵੇ ਜਦੋਂ ਇਹ ਗਾਇਬ ਹੁੰਦੇ ਨੇ ਉਸ ਤੋਂ ਕੁਝ ਦਿਨ ਪਹਿਲਾਂ ਦੀ ਹੈ ਜਾਂ ਪਹਿਲਾਂ ਵੈਸੇ ਜਾਣਦਾ ਪਛਾਣਦਾ ਸੀ? ਨਹੀਂ ਜੀ, ਇਹ ਕਿਰਾਏ ਵਾਸਤੇ ਰਹਿਣ ਆਇਆ ਸੀਗਾ ਅਗਸਤ ਦੇ ਵਿੱਚ, ਤੇ ਉਸ ਤੋਂ ਬਾਅਦ ਬ੍ਰਦਰ ਮੇਰਾ ਚਲਾ ਗਿਆ ਜੀ ਆਪਣੇ ਮਾਊਂਟ ਆਬੂ, ਉੱਥੇ 1.5 ਮਹੀਨਿਆਂ ਬਾਅਦ ਵਾਪਸ ਆਇਆ ਉਹ। ਉਸ ਤੋਂ ਬਾਅਦ ਮੇਰੀ ਭਾਂਜੀ ਦਾ ਵਿਆਹ ਸੀਗਾ ਜੀ, ਬਠਿੰਡੇ ਆ ਗਿਆ, ਘਰ ਸਾਡੇ ਮਾਨਸਾ ਆ ਗਿਆ, ਠੀਕ ਹੈ ਜੀ। ਉੱਥੇ 5-7 ਦਿਨ ਲਾ ਕੇ 29 ਤਰੀਕ ਨੂੰ ਵਾਪਸ ਆਇਆ ਜੀ ਇਹ, ਤੇ 16 ਤਰੀਕ ਨੂੰ ਇਸ ਦੇ ਨਾਲ ਗਿਆ, ਕਹਿੰਦਾ ਮੈਂ ਤੁਹਾਨੂੰ ਅੰਕਲ ਨੂੰ ਮਿਲਾ ਕੇ ਲਿਆਉਣਾ ਜੀ, ਵੀ ਉਹਨੂੰ ਪ੍ਰੋਪਰਟੀ ਚਾਹੀਦੀ ਹੈ। ਤੇ ਉਹ ਗਏ ਦੋਨੇ ਆ ਜੀ ਉੱਥੇ, ਪਤਾ ਨਹੀਂ ਸਾਨੂੰ ਉੱਥੇ ਕਿਸੇ ਹੋਟਲ 'ਚ ਲੈ ਕੇ ਗਿਆ ਜੀ, ਕਿੱਥੇ ਲੈ ਕੇ ਗਿਆ, ਤੇ ਆਇਆ ਇਕੱਲਾ ਵਾਪਸ ਹੈ ਜੀ ਇਹ। ਜਿਹੜੀ ਪੂਰੀ ਪੁਲਿਸ ਦੇ ਕੋਲੇ ਜਦੋਂ ਤੁਸੀਂ ਪਹੁੰਚੇ, ਜੇ ਪੁਲਿਸ ਵਾਲੇ ਐਂਗਲ ਤੋਂ ਆਪਾਂ ਪੂਰੀ ਗੱਲ ਸਮਝੀਏ, ਪੁਲਿਸ ਕੋਲ ਜਦੋਂ ਤੁਸੀਂ ਚੱਲ ਗਏ, ਪੁਲਿਸ ਨੇ ਕੀ ਤਫਤੀਸ਼ ਸ਼ੁਰੂ ਕਰੀ? ਇਹਨਾਂ ਨੇ ਕੋਈ ਤਫਤੀਸ਼ ਨਹੀਂ ਸਟਾਰਟ ਕੀਤੀ। ਅਸੀਂ ਰਾਤੀ 17 ਤਰੀਕ ਦੀ ਰਾਤੀ 2 ਵਜੇ ਇਹਨਾਂ ਕੋਲ ਐਪਲੀਕੇਸ਼ਨ ਲੈ ਕੇ ਗਈ ਸੀਗੀ। 17 ਤਰੀਕ ਰਾਤ ਨੂੰ, ਯਾਨੀ ਕਿ ਉਹ 16 ਨੂੰ ਗਾਇਬ ਹੋਏ ਸੀਗੇ? ਹਾਂਜੀ, 16 ਨੂੰ ਗਾਇਬ ਹੋਏ, 17 ਨੂੰ ਸਾਨੂੰ ਪਤਾ ਲੱਗਿਆ, ਤੇ 17 ਦੀ ਰਾਤੀ 12 ਵਜੇ ਤੱਕ ਅਸੀਂ ਆ ਗਏ ਸੀਗੇ। ਅਸੀਂ ਰਾਤੀ 2 ਵਜੇ ਉਹਨਾਂ ਨੂੰ ਰਿਟਨ ਐਪਲੀਕੇਸ਼ਨ ਦਿੱਤੀ, ਤੇ ਇਹਨਾਂ ਨੇ ਕਿਹਾ ਜੀ ਤੁਸੀਂ ਸਾਡੇ ਕੋਲ ਸਵੇਰੇ 8 ਵਜੇ ਆ ਜਿਓ। ਅਸੀਂ ਉਹਨਾਂ ਨੂੰ ਕਿਹਾ ਵੀ ਅਸੀਂ ਬਾਈ ਨਾਮ ਲੜਕੇ ਦੀ ਐਪਲੀਕੇਸ਼ਨ ਦੇਈ ਜਾਂਦੇ ਹਾਂ, ਫਿਲਹਾਲ ਲੜਕਾ ਉੱਥੇ ਹੀ ਹੈ, ਫਰਾਰ ਹੋ ਸਕਦਾ ਹੈ। ਇਹ ਕਹਿੰਦੇ ਸਵੇਰੇ 8 ਵਜੇ ਆ ਜਿਓ। ਅਸੀਂ 8 ਵਜੇ ਥਾਣੇ ਗਏ, ਇਹਨਾਂ ਨੇ ਕਾਰਵਾਈ ਕਰਦੇ ਕਰਦੇ 10 ਵਜੇ ਆਤੇ, ਤੇ ਜਦੋਂ ਨੂੰ ਲੜਕੇ ਨੂੰ ਫੋਨ ਗਿਆ ਤਾਂ ਲੜਕਾ, ਇਹ ਬੇਸਿਕਲੀ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ, ਤੇ ਲੜਕਾ ਅੰਮ੍ਰਿਤਸਰ ਜਾ ਚੁੱਕਿਆ ਸੀਗਾ। ਉਸ ਤੋਂ ਬਾਅਦ ਹੀ 18, 19, 20 3-4 ਦਿਨ ਤਾਂ ਇਹ ਆਇਆ ਹੀ ਨਹੀਂਗਾ। ਫਿਰ 20 ਤਰੀਕ ਨੂੰ ਇਹ ਪੇਸ਼ ਹੋਇਆ ਪੁਲਿਸ ਦੇ ਸਾਹਮਣੇ। ਪੁਲਿਸ ਨੇ 18 ਤਰੀਕ ਨੂੰ ਸਾਡੀ DDR ਕੱਟਤੀ। 19 ਤਰੀਕ ਨੂੰ ਬਹੁਤ ਜ਼ਿਆਦਾ ਪ੍ਰੈਸ਼ਰ ਪਾਉਣ ਤੋਂ ਬਾਅਦ ਤਾਂ ਇਹਨਾਂ ਨੇ ਅਨਨੋਨ ਪਰਸਨ ਦੇ ਨਾਂ ਤੇ FIR ਕੱਟੀ। ਹਾਲਾਂਕਿ ਅਸੀਂ ਰਿਟਨ ਐਪਲੀਕੇਸ਼ਨ ਅੰਦਰ ਬਕਾਇਦਾ ਉਹਦਾ ਨਾਮ ਮੈਂਸ਼ਨ ਕੀਤਾ, ਬਟ ਇਹਨਾਂ ਨੇ ਅਨਨੋਨ ਪਰਸਨ ਦੇ ਨਾਮ ਦੇ ਉੱਤੇ FIR ਕੱਟੀ, ਤੇ 20 ਤਰੀਕ ਨੂੰ ਇਹ ਲੜਕਾ ਥਾਣੇ ਦੇ ਅੰਦਰ ਆ ਗਿਆ। ਇਹ ਫਿਰ ਜਦੋਂ ਇਹ ਜਿਹੜੀ ਅਰੈਸਟ ਪਾਈ ਉਹਦੀ, ਜਦੋਂ ਜੇ ਕਹੀਏ ਪੁਲਿਸ ਨੇ ਆਪਦੀ FIR ਲਾਂਚ ਕਰਤੀ, ਚਲੋ ਹੌਲੀ ਹੌਲੀ ਮਾਮਲਾ ਅੱਗੇ ਵਧ ਗਿਆ, ਤੁਸੀਂ ਪ੍ਰੈਸ਼ਰਾਈਜ਼ ਕਰਦੇ ਰਹੇ ਜਾਂ ਤੁਸੀਂ ਬਾਰੀ-ਬਾਰੀ ਉੱਤੇ ਰਿਕੁਐਸਟ ਕਰਦੇ ਰਹੇ, ਪੁਲਿਸ ਨੇ ਕੀ ਕਹਿ ਕੇ ਵਿੱਚ ਇਹ ਦਰਜ ਕਰਿਆ FIR ਦੇ ਵਿੱਚ ਵੀ ਕੌਣ ਸ਼ਖਸ ਹੈ ਜਿਹਨੂੰ ਅਸੀਂ ਫੜ ਲਿਆ? ਪੁਲਿਸ ਨੇ ਕੁਝ ਵੀ ਨਹੀਂ ਇਹਦਾ ਰੋਲ ਕੀ ਆ? ਪੁਲਿਸ ਤਾਂ ਕਹਿੰਦੀ ਹੈ ਇਹ ਸ਼ਖਸ ਹੀ ਬੇਕਸੂਰ ਹੈ। ਹਾਲਾਂਕਿ ਅਸੀਂ ਉਹਦਾ ਪ੍ਰੋਪਰ ਕ੍ਰਿਮੀਨਲ ਰਿਕਾਰਡ ਵੀ ਕੱਢ ਕੇ ਦਿੱਤਾ, ਸਾਰਾ ਕੁਝ ਪੁਲਿਸ ਕੋਲ ਲੈ ਕੇ ਗਏ। ਇਹਨਾਂ ਨੇ 25 ਦਿਨਾਂ ਤੱਕ ਤਾਂ ਹੀ ਉਹਦੇ ਨਾਮ ਤੇ ਹੀ FIR ਨਹੀਂ ਕੀਤੀ। ਇਹ ਤੁਸੀਂ ਜਿਹੜਾ ਦਾਵਾ ਕਰਿਆ ਐਡਾ ਮਜ਼ਬੂਤ ਕਿ ਆਖਰ ਇਹੀ ਸ਼ਖਸ ਹੈ ਜਿਹਨੇ ਗਾਇਬ ਕਰਿਆ, ਉਹ ਕੀ ਚੀਜ਼ਾਂ ਦੇ ਆਧਾਰ ਤੇ ਕਰਿਆ ਤੁਸੀਂ? ਕਿਉਂਕਿ ਲਾਸਟ ਟਾਈਮ ਇਹਨਾਂ ਦੇ ਨਾਲ ਦੇਖਿਆ ਗਿਆ ਸੀ, ਜਾਂ ਉਹਦਾ ਕੋਈ ਪੁਖਤਾ ਸਬੂਤ ਸੀ ਤੁਹਾਡੇ? ਪਹਿਲੀ ਗੱਲ ਤਾਂ ਲਾਸਟ ਟਾਈਮ ਇਹਨਾਂ ਦੇ ਨਾਲ ਦੇਖਿਆ ਗਿਆ ਸੀ, ਤਾਂ ਕਰਕੇ ਅਸੀਂ ਰਿਟਨ ਐਪਲੀਕੇਸ਼ਨ ਦੇ ਅੰਦਰ ਉਹਦਾ ਨਾਮ ਦਿੱਤਾ। ਉਸ ਤੋਂ ਬਾਅਦ ਜਦੋਂ ਅਸੀਂ ਇਹਦਾ ਪੁਰਾਣਾ ਕ੍ਰਿਮੀਨਲ ਰਿਕਾਰਡ, ਅਸੀਂ ਪਰਸਨਲੀ ਅੰਮ੍ਰਿਤਸਰ ਜਾ ਕੇ ਦਾ ਪੁਰਾਣਾ ਕ੍ਰਿਮੀਨਲ ਰਿਕਾਰਡ ਕੱਢ ਕੇ ਲੈ ਕੇ ਆਏ, ਤਾਂ ਸਾਨੂੰ ਪਤਾ ਲੱਗ ਗਿਆ ਵੀ ਬੰਦਾ ਇਹੀ ਹੈ। ਤੇ ਇਸ ਤੋਂ ਇਲਾਵਾ ਜੋ ਇਹਨੇ ਇੱਥੇ ਮਤਲਬ ਜਦੋਂ 17 ਤਰੀਕ ਦੀ ਰਾਤੀ ਅਸੀਂ ਆਏ ਸੀਗੇ, ਇਸ ਲੜਕੇ ਤੋਂ ਅਸੀਂ ਵੀ ਪੁੱਛਗਿੱਛ ਕੀਤੀ। ਉਸ ਟਾਈਮ ਤੇ ਇਹਨੇ ਜੋ ਪੁਲਿਸ ਦੇ ਸਾਹਮਣੇ ਮਤਲਬ ਸਾਡੇ ਸਾਹਮਣੇ ਕੁਐਸਚਨ ਆਨਸਰ ਕੀਤੇ, ਤੇ ਉਸ ਤੋਂ ਬਾਅਦ ਪੁਲਿਸ ਸਟੇਸ਼ਨ 'ਚ SHO ਸਾਹਿਬ ਦੇ ਸਾਹਮਣੇ ਜੋ ਵੀ ਕੁਐਸਚਨ ਆਨਸਰ ਕੀਤੇ, ਉਹਨਾਂ ਦੋਨਾਂ ਦੇ ਅੰਦਰ ਡਿਫਰੈਂਸ ਬਹੁਤ ਸੀਗਾ। ਇਹ ਤਾਂ ਉੱਥੇ ਪੁਲਿਸ ਸਟੇਸ਼ਨ ਅੰਦਰ ਖੜ ਕੇ ਮਤਲਬ ਤਾਇਆ ਜੀ ਲਈ ਕਾਫੀ ਉਲਟਾ ਸਿੱਧਾ ਬੋਲਣ ਲੱਗ ਗਿਆ। ਸਾਨੂੰ ਹੋਰ ਜ਼ਿਆਦਾ ਸ਼ੱਕ ਹੋ ਗਿਆ ਵੀ ਬੰਦਾ ਇਹੀ ਹੈ। ਕਿ ਉਹਨਾਂ ਨੂੰ ਮੰਦਾ ਚੰਗਾ ਕਹਿੰਦਾ ਸੀ, ਜਾਂ ਵੈਸੇ ਵੀ ਇਨਸਾਨ ਕਹਿਣ ਲੱਗ ਗਿਆ, ਕਹਿੰਦਾ ਜੀ ਇਹ ਤਾਂ ਮੈਨੂੰ ਧੱਕੇ ਨਾਲ ਲੈ ਕੇ ਜਾਈ ਜਾਂਦੇ ਸੀਗੇ, ਵੀ ਮੇਰਾ ਤਾਂ ਜਾਣ ਦੀ ਇੱਛਾ ਨਹੀਂ ਸੀ, ਮੈਂ ਤਾਂ ਐਡੀ ਲੇਟ ਨਿਕਲ ਕੇ ਰਾਜੀ ਨਹੀਂ। ਅਸੀਂ ਤਾਇਆ ਜੀ ਦੀ ਮਤਲਬ ਮੋਬਾਈਲ ਦੀ WhatsApp ਦੀ ਸਾਰੀ ਚੈਟ ਹਿਸਟਰੀ ਉਹਨਾਂ ਸਾਹਮਣੇ ਦੋਨਾਂ ਦੀ ਰੱਖਤੀ, ਵੀ ਤੁਸੀਂ ਮੈਸੇਜ ਪੜ੍ਹ ਕੇ ਦੇਖ ਲਓ। ਇੱਕ ਕਾਮਨ ਇਨਸਾਨ ਨਾਲ ਹੀ ਕਾਮਨ ਸੈਂਸ ਵਾਲਾ ਬੰਦਾ ਹੀ ਸਮਝ ਜਾਂਦਾ ਜੀ ਕਿ ਤਾਇਆ ਜੀ ਨੂੰ ਲੈ ਕੇ ਗਏ ਨੇ ਜਾਂ ਇਹ ਤਾਇਆ ਜੀ ਨੂੰ ਲੈ ਕੇ ਗਏਗਾ। ਇਹ ਤਾਂ ਦੋਨੇ ਜਣੇ ਉੱਥੇ ਮਤਲਬ ਇਹਨੇ ਕਿਹਾ ਸੀ ਵੀ ਮੇਰੇ ਕਿਸੇ ਅੰਕਲ ਨਾਲ ਕੋਈ ਪ੍ਰਾਪਰਟੀ ਦੀ ਡੀਲ ਕਰਨੀ ਹੈ। ਇਹ ਤਾਂ ਡੀਲ ਕਰਨ ਲਈ ਜਾਈ ਜਾਂਦੇ ਸੀਗੇ। ਇਹ ਕਹਿੰਦਾ ਮੈਨੂੰ ਧੱਕੇ ਨਾਲ ਲੈ ਕੇ ਗਏ ਸੀ, ਜਾਂ ਮਤਲਬ ਕੁਝ ਵੀ ਉੱਥੇ ਕੁਝ ਵੀ ਬੋਲੀ ਗਿਆ। ਸਾਨੂੰ ਉੱਥੇ ਯਕੀਨ ਹੋ ਗਿਆ ਕਿ ਲੜਕਾ ਇਹੀ ਹੈ। ਉਸ ਤੋਂ ਬਾਅਦ ਜਿਵੇਂ ਤਾਇਆ ਇੱਥੇ ਰਹਿਣ ਆਇਆ ਤਾਂ ਇਹਨੇ ਕਿਹਾ ਜੀ ਮੈਂ ਆਪਣੀ ਵਾਈਫ ਨਾਲ ਰਹੀ ਜਾਂਦਾ, ਬਟ ਵਾਈਫ ਇਹਦੀ ਓਰੀਜਨਲ ਜੋ ਅਸਲੀ ਵਾਈਫ ਹੈ ਉਹ ਅੰਮ੍ਰਿਤਸਰ ਦੀ ਰਹਿਣ ਵਾਲੀ ਹੈਗੀ, ਇਹ ਕੋਈ ਹੋਰ ਲੜਕੀ ਹੈ। ਬਾਅਦ 'ਚ ਇਹਨੇ ਬਿਆਨ ਤੋਂ ਹੀ ਸਾਨੂੰ ਪਤਾ ਲੱਗਿਆ ਹੈ ਕਿ ਇਹ ਇੱਥੇ ਲਿਵਿੰਗ ਦੇ ਨਾਲ ਕਿਸੇ ਲੜਕੀ ਦੇ ਨਾਲ ਰਹੀ ਜਾਂਦਾ ਹੈਗਾ ਜੀ। ਤੇ ਇਹ ਆਖਰ ਕੀ ਕੋਈ CCTV ਵੀ ਤੁਹਾਡੇ ਹੱਥ ਲੱਗੀਆਂ ਇਹ ਸਾਰੇ ਪ੍ਰਕਰਨ ਦੇ ਦੌਰਾਨ? ਕੀ ਉਹਦੇ ਸੱਚੋ ਐਕਚੁਅਲੀ ਕੁਝ ਹੋਇਆ, ਜਾਂ ਹੋ ਸਕਦਾ ਇਹ ਸਹੀ ਕਹਿੰਦਾ ਹੋਵੇ? ਨਹੀਂ ਸਰ, ਅਸੀਂ ਸੁਸਾਇਟੀ ਦੀਆਂ ਜਾਂ ਜਿਹੜਾ ਰੂਟ ਇਹਨੇ ਸਾਨੂੰ ਦੱਸਿਆ ਤੇ ਪੁਲਿਸ ਦੇ ਸਾਹਮਣੇ ਬਿਆਨ ਕੀਤਾ ਵੀ ਅਸੀਂ ਇਸ ਰੂਟ ਦੇ ਉੱਤੇ ਗਏ ਸੀ, ਅਸੀਂ ਸਾਰੇ ਦੇ ਸਾਰੇ ਰੂਟ ਦੀਆਂ CCTV ਕੈਮਰੇ ਜਿੰਨੇ ਸਾਨੂੰ ਅਵੇਲੇਬਲ ਹੋ ਸਕਦੇ ਸੀ ਸਾਰੇ ਦੇ ਸਾਰੇ ਦੇਖੇ। ਜਿਵੇਂ ਕਿ ਸੁਸਾਇਟੀ ਮਤਲਬ ਫਲੈਟ ਦੇ ਬਾਹਰ ਹੀ ਕਾਰ ਪਾਰਕਿੰਗ ਦੀ ਸਪੇਸ ਪਈ ਹੈ, ਇੱਥੇ ਵੀ ਕੈਮਰਾ ਲੱਗਿਆ? ਹਾਂਜੀ, ਉਹ ਉੱਤੇ ਨਾ ਸਾਹਮਣੇ ਉਸੇ ਦਿਨ ਹੀ ਕੈਮਰਾ ਲੱਗਿਆ ਸੀਗਾ ਜੀ, ਸਾਹਮਣੇ ਵਾਲੀ ਸਾਈਡ ਤੇ ਬਲਾਕ 'ਚ। ਤੇ ਇਹਨੇ ਕਿਹਾ ਵੀ ਇਹਨੇ ਬਿਆਨ ਦੇ ਅੰਦਰ ਲਿਖਾਇਆ ਕਿ ਫਲੈਟ ਦੇ ਸਾਹਮਣੇ ਥਾਂ ਨਹੀਂ ਸੀ ਜਿੱਥੇ ਨਾਰਮਲੀ ਯੂਜ਼ਲੀ ਕਾਰ ਖੜੀ ਹੁੰਦੀ ਹੈ, ਤਾਂ ਕਰਕੇ ਮੈਂ ਕਾਰ ਨੂੰ ਜਾ ਕੇ ਸਾਈਡ ਤੇ ਖੜਾ ਕੀਤਾ। ਅਸੀਂ CCTV ਫੁਟੇਜ ਦੇ ਅੰਦਰ ਦੇਖਿਆ ਵੀ ਜਦੋਂ ਇਹ ਕੱਲਾ ਕਾਰ ਚਲਾ ਕੇ ਵਾਪਸ ਆਇਆ ਰਾਤੀ 11:20 ਤੇ 16 ਤਰੀਕ ਨੂੰ, ਕਾਰ ਦੀ ਉੱਥੇ ਸਪੇਸ ਪਈ ਹੈ, ਬਟ ਕਿਉਂਕਿ ਇਹ CCTV ਦੇ ਅੰਦਰ ਆਵੇ ਨਾ, ਤਾਂ ਕਰਕੇ ਇਹਨੇ ਕਾਰ ਜਾ ਕੇ ਸਾਈਡ ਤੇ ਖੜੀ ਕੀਤੀ ਹੈ। ਤੇ ਮੋਰ ਓਵਰ ਪੁਲਿਸ ਨੇ ਵੱਲੋਂ ਕਾਰ ਦੀ ਕੋਈ ਤਬਦੀਲ ਨਹੀਂ ਕੀਤੀ ਗਈ। ਅਸੀਂ ਅੱਜ ਵੀ ਉਹਨੂੰ ਹੱਥ ਨਹੀਂ ਲਾਇਆ, ਅੱਜ ਵੀ ਬਾਹਰ ਖੜੀ ਹੈ ਜਿਉਂਦੀ ਤਿਉਂ, ਵੀ ਕਈ ਵਾਰ ਕੋਈ ਫੋਰੈਂਸਿਕ ਜਾਂਚ ਕਰਨੀ ਹੁੰਦੀ ਹੈ ਕਿਉਂਕਿ ਕਾਰ ਹੀ ਮੇਨ ਚੀਜ਼ ਸੀ ਜਿਹਦੇ ਅੰਦਰ ਗਈ ਸੀ, ਲਾਸਟ ਉਹੀ ਹੈ। ਹਾਂਜੀ, ਬਟ ਇਹਨਾਂ ਨੇ ਕੋਈ ਜਾਂਚ ਵਗੈਰਾ ਕੋਈ ਪੁੱਛ ਪੜਤਾਲ ਨਹੀਂ ਕੀਤੀ ਕਾਰ ਦੀ।
ਉਸ ਤੋਂ ਇਲਾਵਾ ਜਿੰਨੇ ਅਸੀਂ ਸੀਸੀਟੀਵੀ ਦੇਖੇ ਬਲਟਾਨਾ ਰੋਡ ਤੇ ਮਤਲਬ ਜਿੱਥੇ ਇਹ ਗਏ ਸੀਗੇ ਉੱਥੋਂ ਤੱਕ ਤਾਂ ਤਾਇਆ ਜੀ ਗੱਡੀ ਚਲਾਈ ਜਾਂਦੇ ਨੇ, ਇਹ ਨਾਲ ਬੈਠਾ ਹੈ। ਉਸ ਤੋਂ ਬਾਅਦ ਜਦੋਂ ਗੱਡੀ ਉੱਥੋਂ ਦੀ ਨਿਕਲਦੀ ਹੈ ਇਹ ਚਲਾਈ ਜਾਂਦਾ, ਕਿਤੇ ਵੀ ਤਾਇਆ ਜੀ ਬੈਠੇ ਨਜ਼ਰ ਨਹੀਂ ਆਉਂਦੇ। ਤੇ ਉਸ ਤੋਂ ਇਲਾਵਾ ਜਦੋਂ ਇਹ ਆਏ ਨੇ ਰਸਤੇ 'ਚ ਇੱਕ ਥਾਂ ਦੇ ਉੱਤੇ ਨਾ ਇੱਥੇ ਕੋਹੀਨੂਰ ਢਾਬਾ ਹੈ, ਕੋਹੀਨੂਰ ਢਾਬੇ ਤੋਂ ਰੋਟੀ ਪੈਕ ਕਰਾਈ ਹੈ ਤੇ ਰੋਟੀ ਪੈਕ ਕਰਾਉਣ ਲਈ ਜਦੋਂ ਇਹ ਗੱਡੀ 'ਚੋਂ ਨਿਕਲਿਆ ਡਰਾਈਵਿੰਗ ਸੀਟ ਤੋਂ ਉਤਰਿਆ, ਇਹਨੇ ਗੱਡੀ ਨੂੰ ਲੌਕ ਕੀਤਾ। 11 ਮਿੰਟ ਬਾਅਦ ਇਹ ਆ ਕੇ ਬੈਠਾ ਹੈ, ਇਹਨੇ ਗੱਡੀ ਨੂੰ ਅਨਲੌਕ ਕੀਤਾ। ਵੀ ਜਿਹੜੇ ਬੰਦੇ ਦੀ ਗੱਡੀ ਜੇ ਮਾਲਕ ਤੇਰੇ ਨਾਲ ਬੈਠਾ ਹੈ ਮਤਲਬ ਬੰਦੇ ਨੂੰ ਗੱਡੀ ਲੌਕ ਜਾਂ ਅਨਲੌਕ ਕਰਨ ਦੀ ਕੀ ਲੋੜ ਹੈ? ਤੇ ਇੱਕ ਚੀਜ਼ ਹੋਰ ਦੱਸੋ, ਇਹਦੇ 'ਚ ਇਹ ਆਪ ਖੁਦ ਇਹਨੇ ਇਹ ਕੀ ਕਹਿੰਦਾ ਹੈ ਵੀ ਆਖਰਕਾਰ ਚਲੋ ਗਿਆ ਤਾਂ ਜਿਵੇਂ ਕਲੀਅਰ ਹੋ ਗਿਆ ਤੁਹਾਡੇ ਕੋਲ ਸੀਸੀਟੀਵੀ ਆ ਗਈ, ਬਾਅਦ 'ਚ ਕਿੱਥੇ ਛੱਡਿਆ ਜਾਂ ਇਹਦੇ ਹਿਸਾਬ ਦੇ ਨਾਲ ਕਿੱਥੇ ਕਹਿੰਦਾ ਹੈ? ਇਹਨੇ ਤਾਂ ਇਹੀ ਕਿਹਾ ਜੀ ਰਾਤੀ 11:20 ਤੇ ਅਸੀਂ ਦੋਨੇ ਜਣੇ ਇਕੱਠੇ ਵਾਪਸ ਆਏ ਹਾਂ। ਮੈਂ ਉਹਨਾਂ ਨੂੰ ਮਤਲਬ ਇੱਥੇ ਆ ਕੇ ਕਾਰ ਖੜੀ ਕੀਤੀ ਹੈ ਨਾ, ਉਹ ਆਪਦੇ ਫਲੈਟ ਦੇ ਅੰਦਰ ਚਲੇ ਗਏ। ਮੈਂ ਉੱਪਰ ਗਿਆ, ਖਾਣਾ ਵਾਣਾ ਖਾਧਾ ਹੈ ਤੇ ਮੈਂ ਜਿਸ ਲੜਕੀ ਦੇ ਨਾਲ ਇਹ ਰਹਿ ਰਿਹਾ ਉਹਦੇ ਨਾਲ ਇਹ ਅੰਮ੍ਰਿਤਸਰ ਲਈ ਨਿਕਲ ਗਿਆ ਤਾਇਆ ਜੀ ਦੀ ਕਾਰ ਲੈ ਕੇ। ਇਹਨੇ ਸਾਨੂੰ ਇਹ ਕਿਹਾ। ਆਪਣੇ ਕੋਲ ਉਹਦੀ ਵੀ ਸੀਸੀਟੀਵੀ ਫੁਟੇਜ ਹੈ। ਕਾਰ ਲੈ ਕੇ ਗਏ ਸੀ ਫਿਰ? ਹਾਂਜੀ, ਇਹ ਕਾਰ ਲੈ ਕੇ ਗਏ ਹੈ ਬਟ ਆਪਣੇ ਕੋਲ ਉਹਦੀ ਵੀ ਸੀਸੀਟੀਵੀ ਫੁਟੇਜ ਹੈਗੀ ਹੈ। ਲੜਕੀ ਇਹਦੇ ਨਾਲ ਉਸ ਟਾਈਮ ਤੇ ਸੁਸਾਇਟੀ ਦੇ ਅੰਦਰ ਨਹੀਂ ਬੈਠੀ, ਸੁਸਾਇਟੀ 'ਚੋਂ ਇਹ ਇਕੱਲਾ ਜਣਾ ਕਾਰ ਤੇ ਨਿਕਲਿਆ ਹੈਗਾ। ਲੜਕੀ ਬਾਹਰ ਕਿਤੇ ਜਾ ਕੇ ਬੈਠੀ ਹੈ ਬਟ ਸੁਸਾਇਟੀ ਦੇ ਅੰਦਰ ਨਹੀਂ ਬੈਠੀ। ਤੇ ਫਿਰ ਹੁਣ ਜੇ ਦੇਖਿਆ ਜਾਵੇ ਇਹ ਸਾਰੇ ਪ੍ਰਕਰਨ 'ਚ ਇਹ ਦੇਖਿਆ ਜਾਵੇ ਹੌਲੀ ਹੌਲੀ ਗਾਇਬ ਹੋ ਜਾਂਦੇ ਨੇ। ਵਿਨੋਦ ਬਾਗਲੇ ਗਾਇਬ ਹੋ ਗਏ ਤੇ ਵਿਨੋਦ ਬਾਗਲੇ ਨੂੰ ਲੱਭਣ ਨੂੰ ਲੈ ਕੇ ਕਿ ਚਲੋ ਇਹ ਠੀਕ ਹੈ ਵੀ ਹੋ ਸਕਦਾ ਮੁੰਡਾ ਨਿਰਦੋਸ਼ ਹੈ, ਪੁਲਿਸ ਨੇ ਇਹਨੂੰ ਅਰੈਸਟ ਵੀ ਪਾਈ ਤੇ ਉਦੋਂ ਬਾਅਦ 'ਚ ਹੁਣ ਜੁਡੀਸ਼ੀਅਲ ਕਸਟਡੀ 'ਚ ਹੈ। ਹਾਂਜੀ, 25 ਦਿਨਾਂ ਤੱਕ ਤਾਂ ਇਹਨਾਂ ਨੇ ਕੁਝ ਕੀਤਾ ਨਹੀਂਗਾ ਤੇ 25 ਦਿਨਾਂ ਬਾਅਦ ਅਸੀਂ ਹਾਈ ਕੋਰਟ ਕੋਲ ਗਏ। ਅਸੀਂ ਡਾਇਰੈਕਸ਼ਨ ਪਾਈ ਕਿ ਪੁਲਿਸ ਨੇ ਇਹਨਾਂ ਦਾ FIR 'ਚ ਨਾਮ ਨਹੀਂ ਪਾ ਰੱਖਿਆ, ਤਾਂ ਉਸ ਤੋਂ ਬਾਅਦ ਇਹਨਾਂ ਨੇ FIR 'ਚ ਨਾਮ ਪਾਇਆ ਤੇ ਇਹਨੂੰ ਰਿਮਾਂਡ ਤੇ ਲਿਆ 2 ਦਿਨਾਂ ਦੇ ਤੇ ਉਸ ਤੋਂ ਬਾਅਦ ਜੁਡੀਸ਼ੀਅਲ ਕਸਟਡੀ ਦੇ ਅੰਦਰ ਇਹਨੂੰ ਭੇਜਤਾ ਤੇ ਉਸ ਤੋਂ ਬਾਅਦ ਇਹ ਜੁਡੀਸ਼ੀਅਲ ਕਸਟਡੀ ਦੇ ਅੰਦਰ ਹੀ ਹੈ। ਵਿਨੋਦ ਬਾਗਲੇ ਕਿੱਥੇ ਹੈ? ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ। ਅਸੀਂ ਰੋਜ਼ ਜਾਂਦੇ ਹਾਂ ਜੀ, ਅਸੀਂ SHO DSP SP SSP ਮਤਲਬ ਜਿੱਥੇ ਤੱਕ ਬੰਦੇ ਦੀ ਪਹੁੰਚ ਹੋ ਸਕਦੀ ਹੈ, ਜਿੱਥੇ ਤੱਕ ਸਾਡੀ ਟਰਾਈ ਵੱਜ ਸਕਦੀ ਹੈ, ਅਸੀਂ ਹਰ ਥਾਂ ਤੇ ਜਾਂਦੇ ਹਾਂ। ਹਰ ਬੰਦਾ ਮਤਲਬ ਉਹ ਕਹਿ ਕੇ ਭੇਜ ਦਿੰਦਾ ਵੀ ਤੁਸੀਂ 2 ਦਿਨ ਰੁਕ ਜਾਓ ਕਾਰਵਾਈ ਹੋ ਜੂ, 4 ਦਿਨ ਰੁਕ ਜਾਓ ਕਾਰਵਾਈ ਹੋ ਜੂ, ਬਟ 70 ਦਿਨ ਹੋ ਚੁੱਕੇ ਨੇ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ। ਤੇ ਇਹਦੇ ਦੌਰਾਨ ਜੇ ਦੇਖਿਆ ਜਾਵੇ ਆਮ ਤੌਰ ਤੇ ਹੁੰਦਾ ਤਾਂ ਕਿਡਨੈਪਿੰਗਾਂ ਦੇ ਵਿੱਚ ਇਹ ਹੈ, ਮਕਸਦ ਹਰੇਕ ਕਿਡਨੈਪਿੰਗ ਦਾ ਅਲੱਗ ਹੁੰਦਾ। ਇਸ ਦੇ ਵਿੱਚ ਕੋਈ ਪੈਸੇ ਪੂਸੇ ਮੰਗਣ ਵਾਸਤੇ ਕਿਸੇ ਦਾ ਫੋਨ ਨਹੀਂ ਆਇਆ? ਪੈਸੇ ਦਾ ਫੋਨ ਨਹੀਂ ਆਇਆ ਜੀ। ਐਕਚੁਅਲ ਇਹਦਾ ਜਿਹੜਾ ਅਸਲੀ ਮੋਟੋ ਸੀ ਪ੍ਰੋਪਰਟੀ ਹਥਿਆਉਣਾ। ਇਸ ਨੂੰ ਇਹ ਸੀਗਾ ਵੀ ਇਸ ਦੇ ਕੋਈ ਅੱਗੇ ਪਿੱਛੇ ਹੈ ਨਹੀਂ, ਵੀ ਇਹ ਇਕੱਲਾ ਹੀ ਹੈ ਤੇ ਇਸ ਕਰਕੇ ਵੀ ਮੈਂ ਇਹ ਕਬਜ਼ਾ ਕਰ ਲੂੰਗਾ ਪ੍ਰੋਪਰਟੀ ਦਾ। ਇਸ ਦਾ ਅਸਲੀ ਮਕਸਦ ਪ੍ਰੋਪਰਟੀ ਤੇ ਕਬਜ਼ਾ ਕਰਨਾ ਹੀ ਸੀ। ਹੁਣ ਜੇ ਦੇਖਿਆ ਜਾਵੇ ਸਾਰੀ ਕਹਾਣੀ ਦੇ ਵਿੱਚ ਇੱਕ ਜਿਵੇਂ ਕਹਿੰਦੇ ਆ ਜਦੋਂ ਕੋਈ ਗੱਲ ਸ਼ੁਰੂ ਕਰੀਏ ਤੁਹਾਡੇ ਵਾਲੇ ਮਾਮਲੇ ਦੇ ਵਿੱਚੋਂ ਦਰਅਸਲ ਹੁੰਦਾ ਇਹ ਹੈ ਵੀ ਜੇ ਮੁੰਡੇ ਦੀ ਗੱਲ ਕਰ ਲੈਂਦੇ ਆ ਜਾਂ ਉਹ ਪੂਰੇ ਇੰਸੀਡੈਂਸ ਦੀ ਗੱਲ ਕਰ ਲੈਂਦੇ ਆ, ਉਹ 'ਚ ਵਿਨੋਦ ਬਾਗਲੇ ਗਾਇਬ ਹੋ ਜਾਂਦੇ ਨੇ। ਆਖਰਕਾਰ ਉਹ ਜਿਉਂਦੇ ਨੇ ਮਰੇ ਹੋਏ ਨੇ ਕਿਆ ਕਿਤੇ ਕਿਡਨੈਪ ਕਰਕੇ ਰੱਖੇ ਹੋਏ ਨੇ, ਇਹ ਚੀਜ਼ ਦਾ ਕੋਈ ਕਲੀਅਰ ਹੀ ਨਹੀਂ ਹੋਇਆ ਅਜੇ ਤੱਕ। ਜਾਂ ਪੁਲਿਸ ਕੀ ਕਹਿੰਦੀ ਹੈ ਵੀ ਕਿਉਂਕਿ ਜੇ ਪੁਲਿਸ ਨੇ FIR ਦਰਜ ਕਰੀ ਆ, ਤਫਤੀਸ਼ ਕਰਨਾ ਤਾਂ ਉਹਨਾਂ ਦੀ ਫਰਜ਼ ਬਣਦਾ ਸੀਗਾ। ਕਰ ਹੀ ਨਹੀਂ ਰਹੇ ਜੀ, ਕੁਛ ਨਹੀਂ ਕਰ ਰਹੇ। 70 ਦਿਨਾਂ ਤੋਂ ਸਾਨੂੰ ਮਿੱਠੀਆਂ ਗੋਲੀਆਂ ਮਿਲ ਰਹੀਆਂ, ਹੋਰ ਕੁਛ ਨਹੀਂ ਕਰ ਰਹੇ। ਤੇ ਕਹਿੰਦੇ ਕੀ ਨੇ ਫਿਰ ਆਖਰ ਜਿਹੜੀ ਜਦੋਂ ਇਹ ਮੁੰਡੇ ਨੂੰ ਅਰੈਸਟ ਕਰਿਆ ਉਹਨਾਂ ਨੇ ਇਸ ਪੂਰੇ ਮਾਮਲੇ ਦੇ ਵਿੱਚ, ਪਰਚਾ ਤਾਂ ਦਰਜ ਇਸੇ ਚੀਜ਼ ਦਾ ਹੋਇਆ ਉਹ ਇਹਦੇ ਵਿੱਚ ਅਰੈਸਟ ਕਰਿਆ ਤਾਂ ਇਹਨੇ ਮੁੰਡੇ ਨੇ ਕੀ ਕਿਹਾ ਪੁਲਿਸ ਨੂੰ? ਨਹੀਂ ਦੱਸਿਆ ਕੁਛ ਵੀ? ਕੁਛ ਵੀ ਨਹੀਂ, ਪੁੱਛਿਆ ਹੀ ਨਹੀਂ ਜੀ। ਜੇ ਉਹਨੂੰ ਪੁੱਛਣਗੇ ਫਿਰ ਹੀ ਦੱਸੂਗਾ ਨਾ ਜੀ। ਕਹਿੰਦੇ ਜੀ ਅਸੀਂ 2 ਦਿਨ ਕੁੱਟਮਾਰ ਕੀਤੀ ਸੀ ਜੀ, ਉਹਦਾ ਬਾਥਰੂਮ ਬੰਦ ਹੋ ਗਿਆ, ਜੇਲ੍ਹ 'ਚ ਭੇਜਤਾ ਜੀ। ਉਸ ਤੋਂ ਬਾਅਦ ਕਿਸੇ ਨੇ ਉਹਨੂੰ ਪੁੱਛਿਆ ਨਹੀਂ, ਕਰਿਆ ਨਹੀਂ ਜੀ। ਤੇ ਫਿਰ ਪਤਾ ਕਿਵੇਂ ਲੱਗੂ? ਮੇਰੇ ਭਾਈ ਦਾ ਮੈਨੂੰ ਕਿਵੇਂ ਪਤਾ ਲੱਗੂਗਾ ਵੀ ਉਹ ਜਿਉਂਦਾ ਹੈ ਕਿ ਮਰਿਆ ਹੋਇਆ? ਮੈਂ ਤਾਂ ਇਹਨਾਂ ਨੂੰ ਇਹ ਕਹਿਣਾ ਵੀ ਮੈਨੂੰ ਮੇਰਾ ਭਾਈ ਦੇ ਦਿਓ, ਅਸੀਂ ਆਪਦੇ ਘਰ ਚਲੇ ਜਾਈਏ। ਮੇਰੀ ਮਦਰ ਇੰਨੀ ਬਿਮਾਰ ਹੋਈ ਪਈ ਹੈ, ਉਹ ਕਹਿੰਦੀ ਹੈ ਵੀ ਮੇਰੇ ਮਰਨ ਤੋਂ ਬਾਅਦ ਪੁਲਿਸ ਲੱਭੂਗੀ। ਤੁਸੀਂ ਦੱਸੋ ਅਸੀਂ ਕਿੱਥੇ ਜਾਈਏ? ਕੋਈ ਪ੍ਰਸ਼ਾਸਨ ਸਾਡੀ ਸੁਣ ਹੀ ਨਹੀਂ ਰਿਹਾ। ਇਹ ਆਖਰ ਜਿਵੇਂ ਹੁਣ ਤੁਸੀਂ ਕਹਿ ਰਹੇ ਹੋ ਵੀ ਉਹਨਾਂ ਦਾ ਹੁਣ ਜਿਉਂਦੇ ਦਾ ਤੇ ਮਰੇ ਦਾ ਪਤਾ ਹੀ ਨਹੀਂ ਹੈਗਾ, ਇੰਨੇ ਦਿਨ ਹੋ ਚੁੱਕੇ ਨੇ। ਉਸ ਸਮੇਂ ਦੇ ਦੌਰਾਨ ਕੋਈ ਵੀ ਚੀਜ਼ ਇਹੋ ਜਿਹੀ ਨਿਕਲ ਕੇ ਨਹੀਂ ਆਈ ਜਿਹ ਤੋਂ ਪਤਾ ਲੱਗ ਸਕਦਾ ਵੀ ਹਾਂ ਜੇ ਇਹ ਕਹਾਣੀ ਤੋਂ ਆਪਾਂ ਸਾਈਡ ਹਟ ਜਾਈਏ ਇੱਕ ਅਲੱਗ ਐਂਗਲ ਤੋਂ, ਵੀ ਜੇ ਕਿਤੇ ਕੋਈ ਪੁਲਿਸ ਨੂੰ ਕੋਈ ਡੈਡ ਬੋਡੀ ਰਿਕਵਰ ਹੋਈ ਹੁੰਦੀ ਜਾਂ ਕਿਤੇ ਕੋਈ ਪਤਾ ਲੱਗਿਆ ਹੁੰਦਾ, ਕੁਛ ਨਹੀਂ ਇਸ ਚੀਜ਼ ਦਾ ਆਇਆ? ਜਾਂ ਕੋਈ ਹੋਰ ਕੋਈ ਐਂਗਲ ਵੀ ਆਇਆ ਇਹਦੇ ਵਿੱਚ? ਨਹੀਂ ਜੀ, ਕੋਈ ਐਂਗਲ ਨਹੀਂ ਹੈਗਾ। ਪਤਾ ਹੀ ਨਹੀਂ ਇਸ ਬੰਦੇ ਨੇ ਉਹਨੂੰ ਕਿਡਨੈਪ ਕਰਕੇ ਕੈਦ ਕਰ ਰੱਖਿਆ ਹੈ ਜਾਂ ਮਾਰਤਾ, ਕੋਈ ਪਤਾ ਨਹੀਂ ਲੱਗ ਰਿਹਾ ਜੀ। ਇਹ ਬੰਦੇ ਨੂੰ ਪੁੱਛਣਗੇ ਫਿਰ ਹੀ ਪਤਾ ਲੱਗੂਗਾ। ਫਿਰ ਹੁਣ ਜੇ ਦਰਅਸਲ ਜੇ ਦੇਖਿਆ ਜਾਵੇ ਜਿਵੇਂ ਤੁਸੀਂ ਵੀ ਮਾਨਸਾ ਤੋਂ ਆਏ ਹੋਏ ਹੋ, ਤੁਸੀਂ ਵੀ ਕੁਛ ਦਿਨਾਂ ਦੇ ਵਿੱਚ ਹੋ ਸਕਦਾ ਵੀ ਤੁਸੀਂ ਇੱਥੋਂ ਦੁਬਾਰੇ ਫਿਰ ਆਪਦਾ ਮੂਵ ਕਰ ਜਾਓ, ਆਪਦੇ ਕੰਮਾਂ ਕਾਰਾਂ ਤੇ ਵਾਪਸ ਚੱਲ ਜਾਓ, ਤੁਸੀਂ ਵੀ ਜ਼ੋਰ ਲਾਉਣੋਂ ਹਟ ਜਾਣੇ। ਉਦੋਂ ਬਾਅਦ ਦੇ ਵਿੱਚ ਇਹਦਾ ਮਤਲਬ ਇਹ ਹੈ ਕਿ ਵਿਨੋਦ ਅਗਲੇ ਦਾ ਸਿਰਫ ਨਾਂ ਰਹਿ ਜਾਊਗਾ, ਜਿਉਂਦਾ ਵੀ ਆ ਉਹ ਕਾਗਜ਼ਾਂ ਦੇ ਵਿੱਚ ਤਾਂ ਜਿਉਂਦਾ ਹੀ ਰਹੂਗਾ, ਹੈ ਜਾਂ ਨਹੀਂ ਹੈ ਇਹ ਹਜੇ ਵੀ ਸਵਾਲ ਹੀ ਬਣਿਆ ਹੋਇਆ ਹੈ। ਫਿਰ ਉਦੋਂ ਬਾਅਦ ਦੇ ਵਿੱਚ ਆਖਰਕਾਰ ਜੇ ਕਹੀਏ ਕਹਾਣੀ ਕੀ ਹੈ ਕਿ ਇਹ ਫਲੈਟ ਬੰਦ ਕਰਕੇ ਤੁਸੀਂ ਚੱਲ ਜਾਂਦੇ ਹੋ, ਮੁੜ ਕੇ ਪਤਾ ਹੀ ਨਹੀਂ ਹੈਗਾ ਉਹ ਗਿਆ ਕਿੱਥੇ ਸ਼ਖਸ। ਮੈਂ ਪੁਲਿਸ ਨੂੰ 7 ਵਾਰੀ ਕਹਿਤਾ, IO ਨੂੰ ਵੀ ਕਿਹਾ ਵੀ ਜੇ ਤੁਹਾਡੇ ਦਿਮਾਗ ਦੇ ਵਿੱਚ ਗੱਲ ਇਹ ਹੋਵੇ ਵੀ ਅਸੀਂ ਬਿਨਾਂ ਪੈਰਵੀ ਤੋਂ ਚਲੇ ਜਾਵਾਂਗੇ, ਜਦੋਂ ਤੱਕ ਮੇਰਾ ਭਾਈ ਜਿਉਂਦਾ ਜਾਂ ਮਰਿਆ ਨਹੀਂ ਮਿਲਦਾ ਅਸੀਂ ਇੱਥੇ ਜਾਣ ਵਾਲੇ ਹੈ ਨਹੀਂ। ਅਸੀਂ ਇੱਥੇ ਹੀ ਰਹਾਂਗੇ, ਲੜਾਂਗੇ।
ਪਰ ਇਹ ਬੜੀ ਸਿਸਟਮ ਦੀ ਜੇ ਕਿਹਾ ਜਾਵੇ ਇਸ ਚੀਜ਼ ਦੀ ਦਵਾਈ ਆ ਵੀ ਬੰਦਾ ਰਹਿ ਗਿਆ ਕਿੱਥੇ, ਮੁੜ ਕੇ ਕਹਾਣੀ ਫੇਰ ਉੱਥੇ ਆ ਜਾਂਦੀ ਹੈ ਵੀ ਬੰਦੇ ਦਾ ਕੁਝ ਨਹੀਂ ਪਤਾ ਹੈਗਾ। ਪੁਲਿਸ ਨੂੰ ਕਹਿੰਦੀ ਕੀ ਹੈ ਵੀ ਅਸੀਂ ਕੋਈ ਇਨਵੈਸਟੀਗੇਟ ਕਰ ਰਹੇ ਹਾਂ ਇਸ ਚੀਜ਼ ਨੂੰ ਤਾਂ ਨਹੀਂ? ਸਰ ਕੁਝ ਇਨਵੈਸਟੀਗੇਟ ਨਹੀਂ ਕਰੀ ਜਾਂਦੇ। ਜਦੋਂ ਅਸੀਂ ਜਾਂਦੇ ਆ ਜਾ ਕੇ ਦੱਸ ਦਿੰਦੇ ਨੇ, ਆਪਾਂ ਕੋਈ ਗੱਲ ਨਹੀਂ, ਆਪਾਂ ਦੇਖ ਲੈਂਦੇ ਆ, ਆਪਾਂ ਪੁੱਛਗਿੱਛ ਕਰ ਲੈਂਦੇ ਆ, ਬਟ ਕੋਈ ਕੁਝ ਵੀ ਨਹੀਂ ਕਰੀ ਜਾਂਦਾ ਜੀ, ਕੁਝ ਵੀ ਨਹੀਂ ਕਰੀ ਜਾਂਦਾ। ਸਿਰਫ ਮਿੱਟੀਆਂ ਗੋਲੀਆਂ ਦੇਣ ਤੇ ਲੱਗੇ ਪਏ ਨੇ ਸਾਰੇ ਦੇ ਸਾਰੇ। ਹੁਣ ਅਸੀਂ ਵੀ ਮਤਲਬ ਕੀ ਕਰੀਏ? ਅਸੀਂ ਉੱਥੇ ਜਾ ਕੇ ਉਹਨਾਂ ਨੂੰ ਰਿਕੁਐਸਟ ਹੀ ਕਰ ਸਕਦੇ ਹਾਂ ਵੀ ਐਵੇਂ ਕਰਕੇ ਕੇਸ ਚੱਲੀ ਜਾਂਦਾ। ਕਦੇ ਅਸੀਂ ਸ਼ੁਰੂਆਤ 'ਚ ਅਸੀਂ ਐਸਐਚਓ ਸਾਹਿਬ ਕੋਲ ਗਏ, ਉਸ ਤੋਂ ਬਾਅਦ ਡੀਐਸਪੀ ਸਾਹਿਬ ਕੋਲ ਜਾਣ ਲੱਗੇ, ਐਸਪੀ ਸਾਹਿਬ ਕੋਲ ਜਾਣ ਲੱਗੇ, 4-5 ਵਾਰੀ ਅਸੀਂ ਐਸਐਸਪੀ ਸਾਹਿਬ ਕੋਲ ਵੀ ਪੇਸ਼ ਹੋਏ, ਅਸੀਂ ਏਜੀਡੀਪੀ ਤੱਕ ਜਾਏ, ਤੇ ਮਤਲਬ ਕਾਫੀ ਜ਼ਿਆਦਾ ਜਿੰਨਾ ਹੋ ਸਕਦਾ ਜਿੱਥੇ ਜਿੱਥੇ ਸਾਡਾ ਪੈਰ ਪੈਂਦਾ ਹੈ ਅਸੀਂ ਹਰ ਥਾਂ ਤੇ ਜਾਣ ਦੀ ਕੋਸ਼ਿਸ਼ ਕਰੀ ਜਾਂਦੇ ਜੀ। 70 ਦਿਨ ਹੋ ਗਏ ਅਸੀਂ ਬੈਠੇ ਵੀ ਇੱਥੇ, ਅਸੀਂ ਘਰੇ ਵੀ ਨਹੀਂ ਗਏ। ਹੁਣ ਸਾਰੇ ਜਦੋਂ ਦੇਖਦੇ ਆ ਇੱਕ ਬੜੀ ਹੈਰਾਨੀ ਹੁੰਦੀ ਹੈ ਇਸ ਚੀਜ਼ ਨੂੰ ਦੇਖ ਕੇ ਕਿ ਆਖਰਕਾਰ ਇੱਕ ਸ਼ਖਸ ਗਾਇਬ ਹੋ ਜਾਂਦਾ ਤੇ ਉਸ ਤੋਂ ਗਾਇਬ ਹੋਣ ਤੋਂ ਬਾਅਦ ਜੇ ਕਹੀਏ ਜਿੰਦਾ ਮੁਰਦਾ ਸਵਾਲ ਇਸ ਕਰਕੇ ਖੜਾ ਹੋਣ ਲੱਗਿਆ ਕਿਉਂਕਿ 70 ਦਿਨ ਹੋ ਚੁੱਕੇ ਨੇ, ਅੱਗੇ ਹੋਰ ਦਿਨ ਜਿਵੇਂ ਕਹੀਏ ਕਿ ਸਵੇਰ ਹੁੰਦੀ ਹੈ ਸ਼ਾਮ ਹੁੰਦੀ ਹੈ, ਦਿਨ ਬੀਤ ਰਹੇ ਨੇ। 70 ਦਿਨ ਦਾ ਜੇਕਰ ਕੋਈ ਸ਼ਖਸ ਕਿਤੇ ਗਿਆ ਹੋਇਆ ਤਾਂ ਜ਼ਾਹਿਰ ਜੀ ਗੱਲ ਹੈ ਕਿ ਉਹ ਕਿਸੇ ਨਾ ਕਿਸੇ ਤਰ੍ਹਾਂ ਦੀ ਉਹਦੀ ਕੋਈ ਟ੍ਰਾਂਜੈਕਸ਼ਨ ਹੁੰਦੀ ਜਾਂ ਕਿਤੇ ਕੋਈ ਚੀਜ਼ ਦੀ ਲੋੜ ਹੁੰਦੀ, ਕਿਉਂਕਿ ਫੋਨ ਵੀ ਉਹਦਾ ਨਾਲ ਹੈ ਨਹੀਂ, ਤਾਂ ਆਖਰ ਉਹ ਸ਼ਖਸ ਗਿਆ ਕਿੱਥੇ? ਕਿਉਂਕਿ ਜਿਹਨੂੰ ਫੜਿਆ ਪੁਲਿਸ ਨੇ ਉਹ ਆਖਰਕਾਰ ਕਿਹਾ ਜਾਵੇ ਉਹ ਜੇਲ੍ਹ ਵੀ ਚਲਾ ਜਾਂਦਾ ਪਰ ਉਹਦੇ ਕੋਲੋਂ ਵੀ ਨਿਕਲਦਾ ਨਹੀਂ ਵੀ ਆਖਰ ਉਹ ਸ਼ਖਸ ਨੂੰ ਮਿਲਿਆ ਜਦੋਂ ਲਾਸਟ ਟਾਈਮ, ਤਾਂ ਉਦੋਂ ਬਾਅਦ ਦੇ ਵਿੱਚ ਹੋਇਆ ਕੀ ਉਹਦੇ ਨਾਲ। ਬੜੀ ਆਪਣੇ ਆਪ ਦੇ ਵਿੱਚ ਕਹਿ ਸਕਦੇ ਹਾਂ ਵੀ ਅਜੀਬ ਕਹਾਣੀ ਹੈ ਕਿ ਪੁਲਿਸ ਨੇ ਪਰਚਾ ਵੀ ਦਰਜ ਕਰ ਲਿਆ, ਬੰਦਾ ਵੀ ਫੜ ਲਿਆ। ਸਭ ਤੋਂ ਵੱਡੀ ਗੱਲ ਤਾਂ ਇਹ ਚੀਜ਼ ਦੇਖਣ ਵਾਲੀ ਹੈ ਇਹਦੇ 'ਚ, ਚਾਹੇ ਇਹਨਾਂ ਨੇ ਕਿੰਨੀ ਉਹ ਕਰੀ ਪਰ ਆਖਰਕਾਰ ਪੁਲਿਸ ਨੇ ਬੰਦਾ ਫੜ ਲਿਆ, ਪਰ ਹਜੇ ਤੱਕ ਪਤਾ ਹੈ ਨਹੀਂ। ਹੁਣ ਕਹਾਣੀ ਇਹ ਹੈ ਕਿ ਸਵਾਲ ਪੁਲਿਸ ਤੇ ਵੀ ਇਸੇ ਗੱਲੋਂ ਹੁਣ ਉੱਠਦਾ ਹੋਇਆ ਨਜ਼ਰ ਆਉਂਦਾ ਹੈ ਕਿ ਜੇਕਰ ਇਹ ਪੂਰੀ ਕਹਾਣੀ ਜਿਸ ਤਰ੍ਹਾਂ ਦੇ ਨਾਲ ਇਹ ਦੱਸ ਰਹੇ ਨੇ ਸਹੀ ਆ ਤੇ ਪੁਲਿਸ ਨੇ ਜਿਹੜੇ ਆਪਦੇ ਕਾਗਜ਼ਾਂ 'ਚ ਦਰਜ ਕਰਤੀ ਆ ਉਹਦੇ ਅਨੁਸਾਰ ਫਿਰ ਆਖਰਕਾਰ ਵਿਨੋਦ ਬਾਗਲੇ ਹੈ ਕਿੱਥੇ, ਇੱਕ ਸਵਾਲ ਬਣ ਕੇ ਨਾ ਰਹਿ ਜੇ। ਇਹ ਚੀਜ਼ ਨੂੰ ਕਹਿ ਸਕਦੇ ਹਾਂ ਕਿ ਜਿੰਨੇ ਆਮ ਲੋਕ ਕੋਸ਼ਿਸ਼ ਕਰ ਸਕਦੇ ਨੇ ਉਹਨਾਂ ਦੇ ਭਾਦੀ ਇਹ ਕਹਿੰਦੇ ਅਸੀਂ ਸਾਰੇ ਅਫਸਰ ਦੁਆਰੇ ਜਾ ਆਏ ਹਾਂ, ਪਰ ਸਵਾਲ ਹਜੇ ਵੀ ਇਹੀ ਬਣਿਆ ਹੋਇਆ ਕਿ ਆਖਰ ਵਿਨੋਦ ਬਾਗਲੇ ਜਿੰਦਾ ਨੇ ਜਾਂ ਫਿਰ ਇਸ ਦੁਨੀਆ ਤੇ ਹੈ ਨਹੀਂ, ਪਰ ਜੇ ਹੈ ਵੀ ਨਹੀਂ ਤਾਂ ਆਖਰਕਾਰ ਉਹ ਗਏ ਕਿੱਥੇ। ਸੀਨੀਅਰ ਵੀਡੀਓ ਜਰਨਲਿਸਟ ਵਿੰਤੇਜ ਦੇ ਨਾਲ ਸਮੇਤ ਸਿੰਘ ਰੋਜ਼ਾਨਾ, ਸਪੋਕਸਮੈਨ ਟੀਵੀ, ਚੰਡੀਗੜ੍ਹ।